ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਜੀਵਨ ਸੰਸਾਰ ਦੇ ਵਿੱਚ ਨਿਰਾਸ਼ਤਾ ਅਤੇ ਉਦਾਸੀ ਦੇ ਨਾਲ ਭਰੇ ਹੋਏ ਹਨ। ਨਿਰਾਸ਼ਤਾ ਅਤੇ ਉਦਾਸੀ ਕਰਕੇ ਜੀਵਨ ਆਨੰਦ ਨੂੰ ਪ੍ਰਾਪਤ ਨਹੀਂ ਕਰ ਪਾ ਰਹੇ। ਇਹ ਬਹੁਤ ਵੱਡੀ ਵਿਡੰਬਨਾ ਹੈ ਮਨੁੱਖੀ ਜੀਵਨ ਦੀ ਕਿ ਮਨੁੱਖ ਆਪਣੇ ਆਪ ਨੂੰ ਸਮਝ ਨਹੀਂ ਪਾ ਰਿਹਾ, ਆਪਣੇ ਆਪ ਨੂੰ ਜਾਣ ਨਹੀਂ ਪਾ ਰਿਹਾ। ਇਸ ਕਰਕੇ ਨਿਰਾਸ਼ਤਾ, ਉਦਾਸੀ, ਦੁੱਖ, ਰੋਗ ਇਹ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਟਿਕੇ ਹੋਏ ਨੇ। ਇਹ ਸਿਰਫ ਸ਼ਬਦ ਨਹੀਂ, ਇਹਨਾਂ ਸ਼ਬਦਾਂ ਦੇ ਪਿੱਛੇ ਇੱਕ ਭਾਵ ਹੈ। ਉਹ ਭਾਵ ਹੀ ਸਾਡੇ ਮਨ ਦੀ ਦਸ਼ਾ ਨੂੰ ਬਦਲਦਾ ਹੈ ਅਤੇ ਸਾਡਾ ਮਨ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਸੋ ਇਸ ਨੂੰ ਸਮਝਣ ਦੀ ਲੋੜ ਹੈ, ਇਸ ਨੂੰ ਪਕੜਨ ਦੀ ਲੋੜ ਹੈ ਕਿ ਕਿਵੇਂ ਸਾਡੇ ਮਨ ਦੇ ਵਿੱਚੋਂ ਨਿਰਾਸ਼ਤਾ ਜਾਂ ਉਦਾਸੀ ਦੂਰ ਹੋ ਸਕਦੀ ਹੈ, ਦੁੱਖ ਦੂਰ ਹੋ ਸਕਦਾ ਹੈ, ਸਾਡਾ ਮਨ ਆਨੰਦ ਦਾ ਘਰ ਬਣ ਜਾਏ, ਸੁੱਖਾਂ ਦਾ ਘਰ ਬਣ ਜਾਏ। ਇੱਕ ਗੱਲ ਜੋ ਬਹੁਤ ਸਮਝਣ ਵਾਲੀ ਹੈ ਉਹ ਇਹ ਹੈ ਕਿ ਉਦਾਸੀ, ਨਿਰਾਸ਼ਤਾ, ਦੁੱਖ ਦਾ ਜਿਹੜਾ ਸੰਬੰਧ ਹੈ ਉਹ ਪਦਾਰਥ ਦੇ ਨਾਲ ਬਿਲਕੁਲ ਵੀ ਨਹੀਂ ਹੈ, ਉਹ ਧਨ ਦੌਲਤ ਦੇ ਨਾਲ ਬਿਲਕੁਲ ਵੀ ਨਹੀਂ ਹੈ। ਅਗਰ ਧਨ ਦੌਲਤ ਦੇ ਨਾਲ ਹੁੰਦਾ, ਪਦਾਰਥ ਦੇ ਨਾਲ ਹੁੰਦਾ, ਰੁਤਬੇ ਦੇ ਨਾਲ ਹੁੰਦਾ, ਜਾਇਦਾਦਾਂ ਦੇ ਨਾਲ ਹੁੰਦਾ ਤੇ ਅਮੀਰ, ਧਨਾਢ ਰਾਜੇ ਉਦਾਸ ਨਾ ਹੁੰਦੇ, ਰੋਗੀ ਨਾ ਹੁੰਦੇ, ਦੁਖੀ ਨਾ ਹੁੰਦੇ। ਸੋ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ ਕਿ ਇਸ ਦਾ ਸੰਬੰਧ ਪਦਾਰਥ ਦੇ ਨਾਲ ਨਹੀਂ ਹੈ, ਧਨ ਦੌਲਤਾਂ ਦੇ ਨਾਲ ਨਹੀਂ ਹੈ। ਉਦਾਸੀ ਦਾ, ਨਿਰਾਸ਼ਤਾ ਦਾ, ਦੁੱਖ ਦਾ ਜਿਹੜਾ ਸੰਬੰਧ ਹੈ ਉਹ ਸਾਡੇ ਮਨ ਦੀ ਅਵਸਥਾ ਦੇ ਨਾਲ ਹੈ। ਸਿਰਫ ਅਤੇ ਸਿਰਫ ਸਾਡੇ ਮਨ ਦੀ ਅਵਸਥਾ ਹੀ ਸਾਨੂੰ ਦੁਖੀ ਕਰਦੀ ਹੈ, ਸਾਨੂੰ ਨਿਰਾਸ਼ ਕਰਦੀ ਹੈ, ਸਾਨੂੰ ਰੋਗੀ ਬਣਾ ਦਿੰਦੀ ਹੈ, ਸਾਡੇ ਜੀਵਨ ਦੇ ਵਿੱਚ ਉਦਾਸੀਨਤਾ ਲੈ ਆਉਂਦੀ ਹੈ। ਸਾਡਾ ਮਨ ਹੈ ਜੋ ਦੁਖੀ ਹੁੰਦਾ ਹੈ, ਨਿਰਾਸ਼ ਹੁੰਦਾ ਹੈ। ਭਾਵ ਅਭਾਵ ਹੋਣਾ ਉਹ ਵੱਖਰੀ ਗੱਲ ਹੈ। ਭਾਵ ਅਭਾਵ ਦੇ ਨਾਲ ਕੋਈ ਦੁਖੀ, ਕੋਈ ਸੁਖੀ, ਕੋਈ ਨਿਰਾਸ਼ ਜਾਂ ਕੋਈ ਖੁਸ਼ ਨਹੀਂ ਹੋ ਸਕਦਾ। ਪਦਾਰਥ ਦਾ ਹੋਣਾ ਨਾ ਹੋਣਾ ਦੁੱਖ ਸੁੱਖ ਦਾ ਕਾਰਨ ਨਹੀਂ ਹੈ। ਪਦਾਰਥ ਦਾ, ਧਨ ਦੌਲਤਾਂ ਦਾ, ਰੁਤਬਿਆਂ ਦਾ ਹੋਣਾ ਨਾ ਹੋਣਾ ਦੁੱਖ ਦਾ, ਨਿਰਾਸ਼ਤਾ ਦਾ, ਉਦਾਸੀ ਦਾ ਕਾਰਨ ਨਹੀਂ ਹੈ। ਇਹਦਾ ਕਾਰਨ ਕਿਤੇ ਹੋਰ ਲੁਕਿਆ ਹੋਇਆ ਹੈ। ਉਸ ਕਾਰਨ ਨੂੰ ਸਾਨੂੰ ਸਤਿਗੁਰਾਂ ਨੇ ਲੱਭ ਕੇ ਸਾਡੇ ਸਾਹਮਣੇ ਰੱਖਿਆ ਕਿ ਉਸ ਦਾ ਸੰਬੰਧ ਤੇਰੇ ਮਨ ਦੇ ਨਾਲ ਹੈ, ਤੇਰੇ ਮਨ ਦੀ ਅਵਸਥਾ ਦੇ ਨਾਲ ਹੈ। ਆਪਣੇ ਮਨ ਦੀ ਅਵਸਥਾ ਨੂੰ ਬਦਲ ਤੇ ਤੇਰਾ ਜੀਵਨ ਆਪਣੇ ਆਪ ਬਦਲ ਜਾਏਗਾ। ਉਹ ਦੁੱਖ ਤੋਂ ਸੁਖਮਈ ਹੋ ਜਾਵੇਗਾ, ਉਹ ਨਿਰਾਸ਼ਤਾ ਤੋਂ ਪ੍ਰਸੰਨਤਾ ਵਾਲੇ ਪਾਸੇ ਚਲਾ ਜਾਏਗਾ। ਉਹ ਤੇਰਾ ਮਨ ਜਦੋਂ ਬਦਲੇਗਾ, ਤੇਰੇ ਮਨ ਦੀ ਅਵਸਥਾ ਜਦੋਂ ਬਦਲੇਗੀ, ਤੇਰੇ ਮਨ ਦੀ ਦਸ਼ਾ ਜਦੋਂ ਬਦਲੇਗੀ ਤੇ ਹਾਲਾਤ ਆਪਣੇ ਆਪ ਬਦਲ ਜਾਣਗੇ। ਪਹਿਲਾਂ ਮਨ ਦੀ ਅਵਸਥਾ ਬਦਲਣੀ ਹੈ, ਹਾਲਾਤ ਬਾਅਦ ਵਿੱਚ ਬਦਲਣਗੇ। ਗਰੀਬੀ ਬਾਅਦ ਵਿੱਚ ਹਟੇਗੀ, ਰੋਗ ਬਾਅਦ ਵਿੱਚ ਹਟੇਗਾ। ਪਹਿਲਾਂ ਮਨ ਦੀ ਅਵਸਥਾ ਬਦਲਣ ਦੀ ਲੋੜ ਹੈ। ਪਰ ਅਸੀਂ ਸੋਚਦੇ ਹਾਂ ਪਹਿਲਾਂ ਗਰੀਬੀ ਹਟੇ ਫਿਰ ਮਨ ਦੀ ਦਸ਼ਾ ਬਦਲਾਂਗੇ, ਪਹਿਲਾਂ ਰੋਗ ਹਟੇ ਫਿਰ ਮਨ ਦੀ ਦਸ਼ਾ ਬਦਲਾਂਗੇ। ਐਸਾ ਨਹੀਂ ਹੁੰਦਾ। ਪਹਿਲਾਂ ਮਨ ਦੀ ਦਸ਼ਾ ਬਦਲਣੀ ਚਾਹੀਦੀ ਹੈ, ਪੈਣੀ ਹੈ। ਪਹਿਲਾਂ ਮਨ ਦੀ ਦਸ਼ਾ ਬਦਲਣੀ ਪੈਣੀ ਹੈ, ਫਿਰ ਗਰੀਬੀ ਹਟਦੀ ਹੈ, ਫਿਰ ਰੋਗ ਹਟਦਾ ਹੈ, ਫਿਰ ਨਿਰਾਸ਼ਤਾ ਹਟਦੀ ਹੈ, ਫਿਰ ਉਦਾਸੀ ਹਟਦੀ ਹੈ। ਪਹਿਲਾਂ ਮਨ ਨੂੰ ਬਦਲਣਾ ਹੈ, ਮਨ ਦੇ ਭਾਵ ਨੂੰ ਬਦਲਣਾ ਹੈ, ਮਨ ਦੇ ਉਸ ਅਵਸਥਾ ਨੂੰ ਬਦਲਣਾ ਹੈ। ਅਤੇ ਉਹ ਬਦਲਦਾ ਹੈ ਸ਼ਬਦ। ਸਿਰਫ ਸ਼ਬਦ ਨਹੀਂ, ਉਸ ਸ਼ਬਦ ਦੀ ਜਿਹੜੀ ਐਨਰਜੀ ਹੈ ਉਹ ਸਾਡੇ ਮਨ ਦੀ ਅਵਸਥਾ ਨੂੰ ਬਦਲਦੀ ਹੈ। ਹਰ ਇੱਕ ਸ਼ਬਦ ਦੀ ਇੱਕ ਐਨਰਜੀ ਹੁੰਦੀ ਹੈ, ਨੈਗੇਟਿਵ ਅਤੇ ਪੋਜ਼ੀਟਿਵ, ਨਕਾਰਾਤਮਕ ਅਤੇ ਸਕਾਰਾਤਮਕ। ਚੰਗਾ ਵਿਚਾਰ ਸਕਾਰਾਤਮਕ ਐਨਰਜੀ ਦੇ ਨਾਲ ਭਰਿਆ ਹੁੰਦਾ ਹੈ, ਬੁਰਾ ਵਿਚਾਰ ਨਕਾਰਾਤਮਕ ਐਨਰਜੀ ਦੇ ਨਾਲ ਭਰਿਆ ਹੁੰਦਾ ਹੈ। ਇਹ ਦੋਵੇਂ ਤਾਕਤਾਂ, ਸਕਾਰਾਤਮਕ ਅਤੇ ਨਕਾਰਾਤਮਕ, ਨੈਗੇਟਿਵ ਅਤੇ ਪੋਜ਼ੀਟਿਵ, ਸੰਸਾਰ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਪੈਰਲਲ ਚੱਲ ਰਹੀਆਂ ਹਨ, ਸਮਾਨਾਂਤਰ ਚੱਲ ਰਹੀਆਂ ਹਨ, ਬਰਾਬਰ ਚੱਲ ਰਹੀਆਂ ਹਨ। ਇਹ ਬਰਾਬਰ ਚੱਲਦੀਆਂ ਹਨ
ਤਾਂ ਹੀ ਧਰਤੀ, ਬ੍ਰਹਿਮੰਡ, ਸੂਰਜ, ਚੰਦ, ਤਾਰੇ ਸਭ ਕੁਝ ਟਿਕਿਆ ਹੋਇਆ ਹੈ। ਅਗਰ ਇੱਕ ਵੀ ਘਟ ਵੱਧ ਜਾਏ ਤਾਂ ਸੰਸਾਰ ਵੀ ਖਤਮ ਹੋ ਸਕਦਾ ਹੈ, ਮੁੱਕ ਸਕਦਾ ਹੈ। ਕਿਉਂਕਿ ਜਦੋਂ ਤੱਕ ਨੈਗੇਟਿਵ ਅਤੇ ਪੋਜ਼ੀਟਿਵ ਬਰਾਬਰ ਨਹੀਂ ਹੁੰਦੇ ਉਦੋਂ ਤੱਕ ਸੰਸਾਰ ਦੇ ਵਿੱਚ ਜੋ ਵਿਕਾਸ ਨਹੀਂ ਹੁੰਦਾ। ਸੰਸਾਰ ਦਾ, ਜੀਵਨ ਦਾ ਵਿਕਾਸ ਨਕਾਰਾਤਮਕਤਾ ਅਤੇ ਸਕਾਰਾਤਮਕਤਾ ਦੋਹਾਂ ਦੇ ਉੱਤੇ ਟਿਕਿਆ ਹੋਇਆ ਹੈ। ਪਰ ਸਾਡਾ ਮਨ ਦੋਹਾਂ ਦੇ ਵਿੱਚੋਂ ਕਿਸ ਦੇ ਵੱਲ ਅਟਰੈਕਟ ਹੋ ਰਿਹਾ ਹੈ, ਆਕਰਸ਼ਿਤ ਹੋ ਰਿਹਾ ਹੈ, ਉਹ ਸਾਡਾ ਜੀਵਨ ਹੁੰਦਾ ਹੈ। ਉਹ ਸਾਡੇ ਜੀਵਨ ਦਾ ਜੋ ਭਾਵ ਹੁੰਦਾ ਹੈ, ਸਾਡੇ ਕਰਮ ਹੁੰਦੇ ਹਨ, ਉਸੇ ਤਰ੍ਹਾਂ ਦਾ ਸਾਡਾ ਵਿਚਾਰ ਹੁੰਦਾ ਹੈ, ਉਸੇ ਤਰ੍ਹਾਂ ਦਾ ਸਾਡਾ ਜੀਵਨ ਹੁੰਦਾ ਹੈ। ਨਿਰਾਸ਼ਤਾ ਵਾਲਾ, ਉਦਾਸੀ ਵਾਲਾ, ਜਾਂ ਪ੍ਰਸੰਨਤਾ ਵਾਲਾ, ਜਾਂ ਖੁਸ਼ੀ ਵਾਲਾ, ਆਨੰਦ ਵਾਲਾ, ਉਹ ਉਸੇ 'ਤੇ ਡਿਪੈਂਡ ਕਰਦਾ ਹੈ। ਆਪਣੇ ਮਨ ਦੀ ਐਨਰਜੀ ਨੂੰ ਬਦਲਣਾ, ਨੈਗੇਟਿਵਿਟੀ ਤੋਂ ਪੋਜ਼ੀਟਿਵਿਟੀ ਵੱਲ ਲੈ ਕੇ ਆਉਣਾ, ਨਕਾਰਾਤਮਕਤਾ ਤੋਂ ਸਕਾਰਾਤਮਕਤਾ ਵੱਲ ਲੈ ਕੇ ਆਉਣਾ। ਚੰਗੇ ਵਿਚਾਰ, ਚੰਗੇ ਵਿਚਾਰਾਂ ਦੇ ਨਾਲ ਸਾਡੇ ਮਨ ਦਾ ਜਿਹੜਾ ਭਾਵ ਹੈ, ਜਿਹੜੀ ਐਨਰਜੀ ਹੈ, ਉਹ ਬਦਲਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਮੀਨ ਐਨਰਜੀ, ਪੋਜ਼ੀਟਿਵਿਟੀ। ਕਿਉਂਕਿ ਪੋਜ਼ੀਟਿਵਿਟੀ ਦਾ ਮਤਲਬ ਹੈ ਜੋ ਉੱਪਰ ਨੂੰ ਵੱਧਦੀ ਹੈ, ਨੈਗੇਟਿਵਿਟੀ ਦਾ ਮਤਲਬ ਹੈ ਜੋ ਥੱਲੇ ਨੂੰ ਖਿੱਚਦੀ ਹੈ, ਜੋ ਨਿਘਾਰ ਵੱਲ ਲੈ ਕੇ ਜਾਏ, ਉਸ ਨੂੰ ਅਸੀਂ ਨੈਗੇਟਿਵਿਟੀ ਕਹਿੰਦੇ ਹਾਂ। ਉਸ ਨੂੰ ਅਸੀਂ ਨਕਾਰਾਤਮਕਤਾ ਕਹਿੰਦੇ ਹਾਂ, ਜੋ ਸਾਨੂੰ ਡੂੰਘਾਈ ਵੱਲ ਲੈ ਕੇ ਜਾਂਦੀ ਹੈ, ਜੋ ਸਾਨੂੰ ਉਚਾਈ ਵੱਲ ਲੈ ਕੇ ਜਾਏ, ਉਸ ਨੂੰ ਅਸੀਂ ਸਕਾਰਾਤਮਕਤਾ ਕਹਿੰਦੇ ਹਾਂ। ਦੋਵੇਂ ਹੀ ਪਾਵਰਾਂ ਹਨ, ਦੋਹਾਂ ਕਰਕੇ ਹੀ ਬ੍ਰਹਿਮੰਡ, ਧਰਤੀ ਵਿਚਕਾਰ ਟਿਕੇ ਹੋਏ ਹਨ। ਅਗਰ ਉੱਪਰਲੀ ਤਾਕਤ ਕਮਜ਼ੋਰ ਹੋਏ ਤੇ ਹੇਠਲੀ ਖਿੱਚ ਲਵੇ, ਅਗਰ ਹੇਠਲੀ ਕਮਜ਼ੋਰ ਹੋ ਜਾਏ ਤੇ ਉੱਪਰਲੀ ਖਿੱਚ ਲਵੇ। ਧਰਤੀ ਦਾ, ਬ੍ਰਹਿਮੰਡ ਦਾ ਟਿਕਿਆ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਆਪਣੇ ਆਪ ਦੇ ਵਿੱਚ ਸੰਪੂਰਨ ਹਨ, ਇੱਕੋ ਜਿਹੀਆਂ ਹਨ। ਲੇਕਿਨ ਦੋਹਾਂ ਦੇ ਵਿੱਚੋਂ ਸਾਡਾ ਮਨ ਕਿਸ ਵੱਲ ਆਕਰਸ਼ਿਤ ਹੋ ਰਿਹਾ ਹੈ, ਉਹ ਸਾਡੇ ਜੀਵਨ ਦਾ ਜਿਹੜਾ ਸਵਰੂਪ ਬਣਦਾ ਹੈ, ਉਹ ਸਾਡੇ ਜੀਵਨ ਦਾ ਸਵਰੂਪ, ਸਾਡੇ ਕਰਮਾਂ ਦਾ ਸਵਰੂਪ। ਅਤੇ ਉਸੇ ਦੇ ਅਨੁਸਾਰ ਫਿਰ ਸਾਡੀ ਨਿਰਾਸ਼ਤਾ, ਉਦਾਸੀ, ਪ੍ਰਸੰਨਤਾ, ਖੁਸ਼ੀ, ਆਨੰਦ ਉਹਦੇ ਨਾਲ ਹੀ ਜੁੜਿਆ ਹੋਇਆ ਹੈ। ਮਨ ਦੀ ਉਦਾਸੀ, ਨਿਰਾਸ਼ਤਾ, ਦੁੱਖ ਨੂੰ ਦੂਰ ਕਰਨ ਵਾਸਤੇ, ਮਨ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਕੁਝ ਉਪਾਅ ਦੱਸੇ ਹਨ, ਜਿਹਦੇ ਵਿੱਚ ਸਿਮਰਨ ਕਰਨਾ, ਬਾਣੀ ਜਾਪ ਕਰਨਾ, ਸੰਗਤ ਕਰਨੀ, ਇਹ ਸਭ ਸਾਧਨ ਸਾਡੇ ਮਨ ਦੀ ਅਵਸਥਾ ਨੂੰ ਬਦਲਣ ਵਿੱਚ ਸਹਾਇਕ ਹੁੰਦੇ ਹਨ, ਬਦਲਦੇ ਹਨ। ਇਹਨਾਂ ਸਾਰਿਆਂ ਦੇ ਕਰਕੇ ਅਸੀਂ ਆਪਣੇ ਮਨ ਦੇ ਵਿੱਚ ਖੁਸ਼ੀ, ਖੇੜਾ, ਆਨੰਦ, ਪ੍ਰਸੰਨਤਾ ਲਿਆ ਸਕਦੇ ਹਾਂ। ਇਹ ਸਾਰੇ ਸਾਧਨ, ਤਰੀਕੇ ਸਾਡੇ ਮਨ ਦੀ ਅਵਸਥਾ ਨੂੰ ਬਦਲਦੇ ਹਨ, ਸਾਡੇ ਜੀਵਨ ਨੂੰ ਬਦਲਦੇ ਹਨ। ਸੋ ਇਸ ਦੇ ਨਾਲ ਨਾਲ ਇੱਕ ਤਰੀਕਾ ਹੋਰ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਜਿਹੜਾ ਬਹੁਤ ਹੀ ਯੂਨੀਕ ਹੈ, ਜਿਹਦਾ ਸਤਿਗੁਰਾਂ ਨੇ ਬਾਣੀ ਵਿੱਚ ਵਰਣਨ ਕੀਤਾ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਸਤ ਸੰਗਤ ਦਾ ਵੀ ਹੈ, ਜਿੱਥੇ ਅਸੀਂ ਸ਼ਬਦ ਸ਼ਰਵਣ ਕਰਕੇ ਆਪਣੇ ਮਨ ਦਾ ਇਸ਼ਨਾਨ ਕਰਾਉਂਦੇ ਹਾਂ। ਅਤੇ ਰਾਮਦਾਸ ਸਰੋਵਰ ਪ੍ਰਤੱਖ ਅੰਮ੍ਰਿਤ ਜਲ ਦਾ ਵੀ ਹੈ, ਜਿਸ ਦੇ ਵਿੱਚ ਇਸ਼ਨਾਨ ਕਰਕੇ ਸਾਡੇ ਮਨ ਦੀ ਦਸ਼ਾ ਜਿਹੜੀ ਹੈ, ਐਨਰਜੀ ਜਿਹੜੀ ਹੈ, ਭਾਵ ਜਿਹੜਾ ਹੈ, ਉਹ ਬਦਲਦਾ ਹੈ, ਜਿਹਦੇ ਨਾਲ ਸਾਡੇ ਮਨ ਵਿੱਚ ਬਦਲਾਵ ਹੁੰਦਾ ਹੈ। ਉਹ ਜਲ ਅੰਮ੍ਰਿਤ ਵੀ ਰਾਮਦਾਸ ਸਰੋਵਰ ਹੈ। ਗੁਰਬਾਣੀ ਪ੍ਰਵਾਹ ਕਰਕੇ ਇੱਕ ਆਮ ਸਧਾਰਨ ਜਲ ਅੰਮ੍ਰਿਤ ਜਲ ਹੋ ਜਾਂਦਾ ਹੈ, ਨਿਰਮਲ ਜਲ ਹੋ ਜਾਂਦਾ ਹੈ, ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡਾ ਮਨ ਅਤੇ ਤਨ ਦੋਵੇਂ ਪਵਿੱਤਰ ਹੁੰਦੇ ਹਨ। ਪਰ ਅੱਜ ਦੇ ਸਮੇਂ ਤੁਸੀਂ ਦੇਖੋ, ਸਾਡੇ ਕੋਲ ਇੰਨੇ ਸਾਧਨ ਨਹੀਂ ਹਨ, ਤਰੀਕੇ ਨਹੀਂ ਹਨ ਵੀ ਅਸੀਂ ਹਰ ਰੋਜ਼ ਉਸ ਅੰਮ੍ਰਿਤ ਜਲ ਦਾ ਇਸ਼ਨਾਨ ਕਰ ਸਕੀਏ। ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਬਹੁਤ ਲੰਮਾ ਸਮਾਂ ਹੋ ਜਾਂਦਾ ਹੈ, ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਸਾਨੂੰ ਮੌਕਾ ਪ੍ਰਾਪਤ ਨਹੀਂ ਹੁੰਦਾ। ਸੋ ਹੋਰ ਕਈ ਸਾਧਨ ਹਨ ਕਿ ਅਸੀਂ ਅੱਜ ਭੌਤਿਕਵਾਦੀ ਸੰਸਾਰ ਦੇ ਵਿੱਚ, ਪਦਾਰਥਵਾਦੀ ਸੰਸਾਰ ਦੇ ਵਿੱਚ ਸਤ ਸੰਗਤ ਕਰਨ ਦਾ ਸਾਨੂੰ ਸਮਾਂ ਨਹੀਂ ਮਿਲਦਾ, ਬਾਣੀ ਪੜ੍ਹਨ ਦਾ ਸਾਨੂੰ ਸਮਾਂ ਨਹੀਂ ਮਿਲਦਾ, ਸਿਮਰਨ ਦਾ ਸਾਨੂੰ ਸਮਾਂ ਨਹੀਂ ਮਿਲਦਾ। ਇਸ ਕਰਕੇ ਇੱਕ ਬਹੁਤ ਛੋਟਾ ਜਿਹਾ ਤਰੀਕਾ
ਅਗਰ ਅਸੀਂ ਆਪਣੇ ਜੀਵਨ ਵਿੱਚ ਅਪਣਾ ਲਈਏ ਤੇ ਗੁਰਬਾਣੀ ਸ਼ਬਦ ਦੀ ਜੋ ਸਕਾਰਾਤਮਕਤਾ ਹੈ, ਪੋਜ਼ਿਟਿਵਿਟੀ ਹੈ, ਉਹ ਸਾਡੇ ਮਨ ਦੀ ਦਸ਼ਾ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਬਦਲਦੀ ਹੈ। ਉਹ ਤਰੀਕਾ ਕੀ ਹੈ, ਆਓ ਹੁਣ ਆਪਾਂ ਉਸ ਦੀ ਵਿਚਾਰ ਵੀ ਕਰਦੇ ਹਾਂ। ਪਰ ਮੇਰੀ ਬੇਨਤੀ ਹੈ, ਅਗਰ ਇਹ ਵਿਚਾਰ ਆਪ ਜੀ ਨੂੰ ਚੰਗੇ ਲੱਗਦੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਵੋ, ਤਾਂ ਕਿ ਆਉਣ ਵਾਲੇ ਵਿਚਾਰ ਵੀ ਆਪ ਸੰਗਤ ਤੱਕ ਸਮੇਂ ਸਿਰ ਪਹੁੰਚਦੇ ਰਹਿਣ। ਸਾਨੂੰ ਸਬਸਕ੍ਰਾਈਬ ਦੀ ਵੀ ਬਹੁਤ ਜ਼ਰੂਰਤ ਹੈ। ਫਿਰ ਆਪਾਂ YouTube ਦੇ ਉੱਤੇ ਵੀ ਲਾਈਵ ਹੋ ਕੇ ਤੇ ਡਾਇਰੈਕਟ ਇਹ ਵਿਚਾਰ ਜਿਹੜੇ ਨੇ ਲਗਾਤਾਰ ਆਪ ਸੰਗਤ ਦੇ ਸਨਮੁਖ ਜਿਹੜੇ ਰੱਖਦੇ ਰਹਾਂਗੇ। ਸੋ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਵੀ ਦਬਾਓ। ਸੋ ਹੁਣ ਤੱਕ ਦੀ ਵਿਚਾਰ ਤੋਂ ਆਪ ਸਮਝ ਸਕੇ ਹੋਵੋਗੇ ਕਿ ਪਹਿਲਾਂ ਮਨ ਦੀ ਦਸ਼ਾ ਬਦਲਣੀ ਹੈ, ਜੀਵਨ ਦਸ਼ਾ ਬਾਅਦ ਵਿੱਚ ਬਦਲਦੀ ਹੈ। ਪਹਿਲਾਂ ਸਾਨੂੰ ਆਪਣੇ ਮਨ ਦੇ ਵਿੱਚ ਸਕਾਰਾਤਮਕਤਾ ਲੈ ਕੇ ਆਉਣੀ ਪਏਗੀ, ਜੀਵਨ ਦੇ ਵਿੱਚ ਸਕਾਰਾਤਮਕਤਾ, ਕਰਮਾਂ ਦੇ ਵਿੱਚ ਸਕਾਰਾਤਮਕਤਾ ਬਾਅਦ ਵਿੱਚ ਆਵੇਗੀ। ਇਸ ਕਰਕੇ ਜਦੋਂ ਅਸੀਂ ਆਪਣੇ ਮਨ ਦੀ ਸਕਾਰਾਤਮਕਤਾ ਨੂੰ ਲੈ ਕੇ ਆਵਾਂਗੇ ਤੇ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ, ਖੇੜੇ, ਆਨੰਦ, ਪਦਾਰਥਾਂ ਦੇ ਜੋ ਭੰਡਾਰ ਹਨ, ਧਨ ਦੌਲਤਾਂ ਦੇ ਭੰਡਾਰ, ਇਹ ਸਾਰੇ ਸਾਨੂੰ ਭਰੇ ਭਰਾਏ ਨਜ਼ਰ ਆਉਣਗੇ। ਜਨਮਾਂ ਜਨਮਾਂ ਤੋਂ ਵਿਗੜੇ ਹੋਏ ਮਨ ਦੀ ਦਸ਼ਾ ਨੂੰ ਬਦਲਣਾ ਕੋਈ ਸੌਖਾ ਕੰਮ ਨਹੀਂ ਹੈ, ਪਰ ਨਾ ਮੁਮਕਿਨ ਵੀ ਨਹੀਂ ਹੈ। ਅਗਰ ਗੁਰੂ ਕਿਰਪਾ ਕਰੇ, ਪਰਮਾਤਮਾ ਕਿਰਪਾ ਕਰੇ ਤੇ ਇਹ ਕਾਰਜ ਇੱਕ ਪਲ ਦੇ ਵਿੱਚ ਵੀ ਹੋ ਸਕਦਾ ਹੈ। ਪਰ ਜਦੋਂ ਤੱਕ ਅਸੀਂ ਕਿਰਪਾ ਦੇ ਪਾਤਰ ਨਹੀਂ ਬਣਦੇ, ਉਦੋਂ ਤੱਕ ਅਸੀਂ ਕੀ ਕਰੀਏ? ਅਸੀਂ ਕਿਵੇਂ ਆਪਣੇ ਮਨ ਦੀ ਦਸ਼ਾ ਨੂੰ ਬਦਲਣ ਦਾ ਯਤਨ ਕਰੀਏ ਕਿ ਸਾਡੇ ਜੀਵਨ ਦੀ ਦਸ਼ਾ ਬਦਲ ਜਾਏ? ਆਓ ਉਹਦੇ 'ਤੇ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਕਰਨਾ ਹੈ? ਜੋ ਵੀ ਖਾਣਾ ਹੈ, ਖਾਣ ਤੋਂ ਪਹਿਲਾਂ ਜਦੋਂ ਵੀ ਭੋਜਨ ਤੁਹਾਡੇ ਸਨਮੁਖ ਆਵੇ ਤੇ 1-2 ਮਿੰਟ ਜ਼ਰੂਰ ਉਸ ਪਰਮੇਸ਼ਵਰ ਦਾ ਸਿਮਰਨ ਕਰੋ, ਪਰਮਾਤਮਾ ਦਾ ਸਿਮਰਨ ਕਰੋ। ਜੈਸਾ ਖਾਵੇ ਅੰਨ ਤੈਸਾ ਹੋਵੇ ਮਨ। ਮਨ ਦੇ ਵਿੱਚ ਤੁਹਾਡੀ ਸਕਾਰਾਤਮਕ એનર્ਜੀ ਜਾਏਗੀ ਤੇ ਉਹ ਤੁਹਾਡੇ ਅੰਦਰ ਜਾ ਕੇ ਤੁਹਾਡੇ ਖੂਨ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਬਦਲਾਵ ਪੈਦਾ ਕਰੇਗੀ, ਤੁਹਾਡੇ ਮਨ ਨੂੰ ਸਕਾਰਾਤਮਕਤਾ ਵੱਲ ਲੈ ਕੇ ਜਾਏਗੀ। ਜਲ ਛਕਣਾ ਹੋਵੇ, ਸਭ ਤੋਂ ਸੌਖਾ ਹੈ। ਜਲ ਦੇ ਵਿੱਚ ਸਭ ਤੋਂ ਵੱਧ ਸ਼ਬਦ ਇਫੈਕਟ ਕਰਦਾ ਹੈ। ਸੋ ਜਦੋਂ ਵੀ ਜਲ ਛਕਣਾ ਹੋਵੇ, ਹੱਥ ਵਿੱਚ ਜਲ ਲੈ ਕੇ ਪਹਿਲਾਂ ਸਿਮਰਨ ਕਰ ਲਵੋ, ਬਾਣੀ ਪੜ੍ਹ ਲਵੋ, ਕੋਈ ਸ਼ਬਦ ਪੜ੍ਹ ਲਵੋ। ਜਿਸ ਤਰ੍ਹਾਂ ਦਾ ਜੀਵਨ ਵਿੱਚ ਅਭਾਵ ਲੱਗਦਾ ਹੈ, ਉਹੋ ਜਿਹਾ ਸ਼ਬਦ ਪੜ੍ਹੋ, ਅਰਦਾਸ ਕਰੋ, ਫਿਰ ਜਲ ਛਕੋ। ਇਸ਼ਨਾਨ ਕਰਨ ਲੱਗਿਆਂ, ਖਾਸ ਕਰ ਇਸ਼ਨਾਨ ਕਰਨ ਲੱਗਿਆਂ ਆਪਣੇ ਦੋਵੇਂ ਹੱਥ ਉਸ ਟੱਪ ਦੇ ਵਿੱਚ ਜਿਹਦੇ ਵਿੱਚ ਜਲ ਭਰਿਆ ਹੋਇਆ ਹੈ, ਬਾਲਟੀ ਦੇ ਵਿੱਚ ਜਿਹਦੇ ਵਿੱਚ ਜਲ ਭਰਿਆ ਹੋਇਆ ਹੈ, ਰੱਖ ਕੇ ਤੇ ਸਿਮਰਨ ਕਰੋ। 2-4 ਮਿੰਟ ਸਿਮਰਨ ਕਰੋ। ਉਹ ਸ਼ਬਦ ਪੜ੍ਹ ਲਵੋ, ਆਪਣੇ ਮਨ ਦੇ ਅੰਦਰ ਉਹ ਸ਼ਬਦ ਪੜ੍ਹ ਲਵੋ ਜਿਸ ਤਰ੍ਹਾਂ ਦਾ ਤੁਹਾਡੇ ਜੀਵਨ ਵਿੱਚ ਅਭਾਵ ਹੈ, ਤੇ ਉਸ ਜਲ ਦੇ ਨਾਲ ਫਿਰ ਇਸ਼ਨਾਨ ਕਰੋ। ਤੇ ਤੁਸੀਂ ਦੇਖੋਗੇ ਤੁਹਾਡੇ ਉਸ ਜਲ ਦੇ ਨਾਲ ਇਸ਼ਨਾਨ ਕਰਨ ਕਰਕੇ ਉਹ ਜਲ ਅੰਮ੍ਰਿਤ ਬਣ ਜਾਂਦਾ ਹੈ ਤੇ ਤੁਹਾਡੇ ਜੀਵਨ ਦੇ ਵਿੱਚੋਂ ਨਿਰਾਸ਼ਤਾ, ਉਦਾਸੀ, ਦੁੱਖ ਤੇ ਰੋਗ ਹੌਲੀ ਹੌਲੀ ਨਿਕਲਣੇ ਸ਼ੁਰੂ ਹੋ ਜਾਣਗੇ। ਜੀਵਨ ਦੇ ਵਿੱਚ ਸਕਾਰਾਤਮਕਤਾ ਆਵੇਗੀ, ਵਿਚਾਰਾਂ ਦੇ ਵਿੱਚ ਸਕਾਰਾਤਮਕਤਾ ਆਵੇਗੀ, ਮਨ ਦੇ ਵਿੱਚ ਸਕਾਰਾਤਮਕਤਾ ਆਵੇਗੀ ਤੇ ਉਹਦੇ ਕਰਕੇ ਫਿਰ ਕਰਮਾਂ ਦੇ ਵਿੱਚ ਸਕਾਰਾਤਮਕਤਾ ਆਵੇਗੀ। ਧਨ ਦੌਲਤ, ਰੁਤਬੇ, ਸੁਖ, ਆਨੰਦ ਆਪਣੇ ਆਪ ਜੀਵਨ ਦੇ ਵਿੱਚ ਚਲੇ ਆਉਣਗੇ, ਆਪਣੇ ਆਪ ਘਰ ਦੇ ਵਿੱਚ ਚਲੇ ਆਉਣਗੇ। ਜਦੋਂ ਸਾਡਾ ਮਨ ਸਕਾਰਾਤਮਕਤਾ ਨਾਲ, ਪੋਜ਼ਿਟਿਵਿਟੀ ਨਾਲ, ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਭਰ ਜਾਏਗਾ। ਅਖੀਰ ਦੇ ਵਿੱਚ ਇੰਨਾ ਹੀ ਕਹਾਂਗਾ, ਭਾਈ ਗੁਰਦਾਸ ਜੀ ਦੇ ਬਚਨ ਹਨ, ਪੁੱਛਤ ਹੈ ਬੈਦ ਖਾਤ ਔਖਦ ਨਾ ਸੰਯਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਭਾਈ ਗੁਰਦਾਸ ਕਹਿੰਦੇ ਰੋਗ ਹੋਵੇ ਨਾ ਤੇ ਬੰਦਾ ਡਾਕਟਰ ਕੋਲ ਜਾਏ, ਦਵਾਈ ਲੈ ਕੇ ਆਵੇ ਤੇ ਦਵਾਈ ਦੇ ਨਾਲ ਨਾਲ ਡਾਕਟਰ ਜੋ ਪਰਹੇਜ਼ ਦੱਸਦਾ ਹੈ ਉਹ ਵੀ ਕਰਨਾ ਪੈਂਦਾ ਹੈ, ਦਵਾਈ ਖਾਣੀ ਪੈਂਦੀ ਹੈ। ਜੇ ਦਵਾਈ ਨਾ ਖਾਏ, ਪਰਹੇਜ਼ ਨਾ ਕਰੇ ਤਾਂ ਰੋਗ ਨਹੀਂ ਹਟ ਸਕਦਾ। ਇਸੇ ਤਰ੍ਹਾਂ ਕਹਿਣ ਤੇ ਸੁਣਨ ਦੇ ਨਾਲ ਜੀਵਨ ਬਦਲਾਵ ਨਹੀਂ ਹੁੰਦੇ, ਪ੍ਰੈਕਟੀਕਲ ਕਰਨਾ ਪੈਂਦਾ ਹੈ। ਜਦੋਂ ਤੁਸੀਂ ਪ੍ਰੈਕਟੀਕਲੀ ਇਹਨਾਂ ਕਰਮਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਓਗੇ ਤੇ ਬਦਲਾਵ ਨਿਸ਼ਚਿਤ ਹੋਵੇਗਾ, ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਸਰਬ ਰੋਗ ਕਾ ਔਖਦ ਨਾਮ।